मौसम नाल जुड़ी एक राहत भरी खबर है। मॉनसून के बारे मौसम विभाग ने की जानकारी दी है वो तुहानू दसांगे। किसानां ने कित्थे ते किहड़े मसले ते आर पार की लड़ाई का ऐलान कर दिता है। सत श्री अकाल जी, द खालस टीवी देखने वाले सारे दर्शकों का स्वागत है। एमरजेंसी बुलेटिन दे नाल मैं हरशरण कौर। बुलेटिन दे विच खबरां दे विस्तार तो पहला असीं तुहानू शनिवार की लोक राय का नतीजा दस दिंदे हां। लोक राय सी कि पंजाब च बिजली संकट दौरान जिवें सियासी लीडर रोस मुजाहरे कर रहे हैं कि अजिहे प्रदर्शनां दा सरकार ते कोई असर पैंदा है ते की समस्या का हल हो जाता है, ਤਾਂ ਸਾਡੇ 19% ਦਰਸ਼ਕਾਂ ਨੂੰ ਲੱਗਦਾ ਹੈ ਕਿ ਅਸਰ ਪੈਂਦਾ ਹੈ ਤੇ ਹੱਲ ਵੀ ਹੁੰਦਾ ਹੈ। 81% ਦਰਸ਼ਕਾਂ ਨੂੰ ਲੱਗਦਾ ਹੈ ਕਿ ਇਹਨਾਂ ਦਾ ਕੋਈ ਮਤਲਬ ਨਹੀਂ, ਅਰਥਹੀਣ ਨੇ। ਅੱਜ ਦੀ ਜੋ ਲੋਕ ਰਾਏ ਹੈ ਬਟਾਲਾ ਦੀ ਘਟਨਾ ਦੇ ਨਾਲ ਜੁੜੀ ਹੋਈ ਹੈ। ਬਟਾਲਾ ਦੇ ਵਿੱਚ ਜੋ ਇੱਕ ਪਰਿਵਾਰ ਦੇ 4 ਜਣਿਆਂ ਦੇ ਕਤਲ ਦੀ ਘਟਨਾ ਵਾਪਰੀ ਹੈ, ਜਿਸ ਨੂੰ ਪ੍ਰੇਮ ਸੰਬੰਧਾਂ ਅਤੇ ਸਿਆਸੀ ਰੰਜਿਸ਼ ਕਾਰਨ ਕੀਤੇ ਕਤਲ ਦੱਸਿਆ ਜਾ ਰਿਹਾ ਹੈ। ਤੁਹਾਡੇ ਮੁਤਾਬਿਕ ਇਹ ਕਤਲ ਕਿਉਂ ਹੋਏ ਨੇ? ਕੀ ਇਹ ਫੋਕੀ ਹੈਂਕੜ ਕਰਕੇ ਕੀਤੇ ਹੋਏ ਕਤਲ ਨੇ ਜਾਂ ਫਿਰ ਇਹ ਸੱਚਮੁੱਚ ਠੀਕ ਕੀਤਾ ਹੈ ਜਿਹਨੇ ਵੀ ਕਤਲ ਕੀਤਾ ਹੈ? ਜੇ ਪ੍ਰੇਮ ਸੰਬੰਧਾਂ ਦਾ ਮਸਲਾ ਸੀ, जे तां कतल किया है तां भी तुहानूं लगदा भी ठीक होया, जे सियासी रंजिश करके कतल करना की ठीक है? जे तुसीं सहमत हो हाँ या यस दे विच उत्तर दिओ, जे तुसीं सहमत नहीं हो ना जां नो दे विच उत्तर दिओ। खबरां दे विस्तार दे विच सब तो पहलां पंजाब दी खबरां तुहानूं दसांगे ते सब तो पहलां मौसम की गल करांगे। भारतीय मौसम विभाग ने दक्षिण पश्चिमी मॉनसून के 10 जुलाई तक दिल्ली पहुंचण की पेशीनगोई की है। विभाग ने कहा कि पिछले 1.5 दहाके दे विच पहली वारी है जो मॉनसून की आमद दे विच इन्नी ज़्यादा देरी हुई है। लोग तरस गए ने उड़ीक के। मौसम विभाग ने कहा कि मॉनसून के पश्चिमी यूपी, पंजाब, हरियाणा, राजस्थान के कुछ हिस्सों ते दिल्ली दे विच 10 जुलाई तक पहुंचने के आसार ने। यानी कि जे पंजाब की गल कर लीए तां ਅੱਜ ਤੋਂ ਕਰੀਬ 4 ਦਿਨਾਂ ਬਾਅਦ ਮੌਨਸੂਨ ਪੰਜਾਬ ਦੇ ਵਿੱਚ ਪਹੁੰਚੇਗਾ ਤੇ ਜੇ ਉਹ ਵਰਖਾ ਜਿਹੜੀ ਹੋਏਗੀ ਉਹ ਸਭ ਦੇ ਲਈ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਚੰਗੀ ਵਰਖਾ ਹੋਏਗੀ। ਕਿਸਾਨ ਵੀ ਉਡੀਕ ਰਹੇ ਨੇ, ਆਮ ਲੋਕ ਵੀ ਉਡੀਕ ਰਹੇ ਨੇ। ਗਰਮੀ ਤੋਂ ਰਾਹਤ ਮਿਲੂਗੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੋ ਜੀਰੀ ਦੀ ਬਿਜਾਈ ਹੋ ਰਹੀ ਹੈ, ਝੋਨੇ ਦੀ ਲਵਾਈ ਹੋ ਰਹੀ ਹੈ, ਉਸ ਦੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਘਿਓ ਵਰਗਾ ਕੰਮ ਕਿਸਾਨਾਂ ਦੀਆਂ ਫਸਲਾਂ ਦੇ ਲਈ ਇਹ ਮੌਨਸੂਨ ਦਾ ਮੀਂਹ ਕਰੇਗਾ। ਅਗਲੀ ਖਬਰ ਬਟਾਲਾ ਕਤਲकांड ਦੇ ਨਾਲ ਜੁੜੀ ਹੋਈ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵਾਪਰੀ ਇਸ ਘਟਨਾ ਦੇ ਬਾਰੇ ਹੁਣ ਤੱਕ ਹਰ ਕੋਈ ਜਾਣ ਗਿਆ ਹੋਣਾ। ਬਟਾਲਾ ਦੇ ਪਿੰਡ ਬੱਲੜਵਾਲ ਦੇ ਵਿੱਚ ਪੁਰਾਣੀ ਰੰਜਿਸ਼ ਜਾਂ ਫਿਰ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਪਿੰਡ ਦੇ ਹੀ ਇੱਕ ਬੰਦੇ ਨੇ ਆਪਣੇ ਹੀ ਪਿੰਡ ਦੇ ਇੱਕ ਪਰਿਵਾਰ ਦੇ 4 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਖੇਤਾਂ ਦੇ ਵਿੱਚ ਜਾ ਕੇ ਸਿੱਧੀ ਫਾਇਰਿੰਗ ਕੀਤੀ। ਘਟਨਾ ਨੂੰ ਮੌਜੂਦਾ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ ਤੇ ਉਸਦੇ ਭਰਾ ਜਤਿੰਦਰ ਸਿੰਘ ਨੇ ਅੰਜਾਮ ਦਿੱਤਾ। ਪੁਲਿਸ ਨੇ ਦੋਵਾਂ ਸਮੇਤ ਸੁਖਜਿੰਦਰ ਸਿੰਘ ਦੀ ਪਤਨੀ ਨੂੰ ਵੀ ਮੁਲਜ਼ਮ ਬਣਾਇਆ ਹੈ। ਫਾਇਰਿੰਗ ਦੌਰਾਨ ਇੱਕੋ ਪਰਿਵਾਰ ਦੇ 4 ਜੀਆਂ ਦੀ ਜਾਨ ਚਲੀ ਗਈ। 2 ਗੰਭੀਰ ਜ਼ਖਮੀ ਨੇ। ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ, ਬਾਅਦ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਇੱਕ ਔਰਤ ਸਮੇਤ 3 ਜਣਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ 3 ਫਰਾਰ ਦੱਸੇ ਜਾ ਰਹੇ ਨੇ। ਜਸਪਾਲ ਸਿੰਘ ਜੋ ਕਿ ਪੀੜਤ ਪਰਿਵਾਰ ਦੇ ਨਾਲ ਸੰਬੰਧਿਤ ਹੈ, ਉਸਦੇ ਬਿਆਨਾਂ ਦੇ ਆਧਾਰ ਤੇ ਸੁਖਜਿੰਦਰ ਸਿੰਘ ਸੋਨੀ, ਉਸਦੀ ਪਤਨੀ ਤੇ ਸੁਖਜਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਦੇ ਖਿਲਾਫ 302, 307, 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਮੁਲਜ਼ਮ ਸੁਖਜਿੰਦਰ ਸਿੰਘ ਸੋਨੀ ਮੌਜੂਦਾ ਪੰਚਾਇਤ ਮੈਂਬਰ ਹੈ ਪਿੰਡ ਦਾ ਤੇ ਦੋਵਾਂ ਪਰਿਵਾਰਾਂ ਦੀ ਆਪਸੀ ਰੰਜਿਸ਼ ਪੰਚਾਇਤੀ ਚੋਣਾਂ ਤੋਂ ਚੱਲ ਰਹੀ ਸੀ। ਇਸ ਮਾਮਲੇ ਦੇ ਵਿੱਚ ਮੁੰਡੇ ਤੇ ਕੁੜੀ ਦੇ ਪ੍ਰੇਮ ਸੰਬੰਧਾਂ ਦੀ ਵੀ ਰੰਜਿਸ਼ ਸੀ, ਜਿਸ ਨੂੰ ਲੈ ਕੇ ਮੁਲਜ਼ਮ ਦੇ ਵੱਲੋਂ ਹਮਲਾ ਕੀਤਾ ਗਿਆ ਹੈ, ਇਹ ਪੁਲਿਸ ਨੇ ਦੱਸਿਆ। ਤੇ ਫਾਇਰਿੰਗ ਦੇ ਵਿੱਚ ਇੱਕ ਪਰਿਵਾਰ ਦੇ 4 ਜੀਆਂ ਨੂੰ ਪਲਾਂ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ। 2 ਜਣੇ ਗੰਭੀਰ ਜ਼ਖਮੀ ਨੇ। ਜਿਹੜੇ ਮੁੰਡੇ ਦੇ ਨਾਲ ਮੁਲਜ਼ਮ ਜਿਹੜਾ ਹੈਗਾ ਉਸਦੀ ਧੀ ਦੇ ਪ੍ਰੇਮ ਸੰਬੰਧਾਂ ਦੀ ਗੱਲ ਸੀ, ਉਸ ਮੁੰਡੇ ਦੀ ਜਾਨ ਬਚ ਗਈ ਹੈ। ਤੇ ਇਸ ਮਸਲੇ ਦੇ ਵਿੱਚ ਕਸਬਾ ਘੁਮਾਣ ਦੇ ਵਿੱਚ ਪੀੜਤ ਪਰਿਵਾਰ ਨੇ ਸੜਕ ਤੇ 4 ਲਾਸ਼ਾਂ ਰੱਖ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਸਕਦਾ ਸੀ। ਪ੍ਰਦਰਸ਼ਨਕਾਰੀਆਂ ਨੇ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਦਾ ਵੀ ਵਿਰੋਧ ਕੀਤਾ। ਲਾਡੀ ਪਰਿਵਾਰ ਦੇ ਨਾਲ ਗੱਲ ਕਰਨ ਲਈ ਪਹੁੰਚੇ ਸੀ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮੁੱਖ ਦੋਸ਼ੀ ਗ੍ਰਿਫਤਾਰ ਨਹੀਂ ਹੁੰਦਾ ਉਦੋਂ ਤੱਕ ਲਾਸ਼ ਦਾ ਸੰਸਕਾਰ ਨਹੀਂ ਕਰਾਂਗੇ। ਤਾਜ਼ਾ ਜਾਣਕਾਰੀ ਇਹ ਹੈ ਕਿ ਪਰਿਵਾਰ ਨੇ ਡੀਐਸਪੀ ਦੇ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਸੜਕ ਨੂੰ ਖਾਲੀ ਕਰ ਦਿੱਤਾ ਹੈ ਤੇ ਇਹਨਾਂ ਦੀ ਜੋ ਮੰਗ ਸੀ ਉਹ ਪ੍ਰਸ਼ਾਸਨ ਨੇ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ ਕਿ ਮੁੱਖ ਦੋਸ਼ੀ ਨੂੰ ਜਲਦ ਹੀ ਅਸੀਂ ਫੜ ਕੇ ਸਲਾਖਾਂ ਦੇ ਪਿੱਛੇ ਕਰ ਦੇਵਾਂਗੇ ਤੇ ਹੁਣ ਪਰਿਵਾਰ ਦੇ ਵੱਲੋਂ ਲਾਸ਼ਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਗਲੀ ਖਬਰ ਮੋਗਾ ਤੋਂ ਹੈ, ਜਿੱਥੇ ਕਿਸਾਨਾਂ ਨੇ ਬਠਿੰਡਾ ਐਕਸਪ੍ਰੈਸਵੇ ਦੇ ਲਈ ਜ਼ਮੀਨਾਂ ਐਕਵਾਇਰ ਕਰਕੇ ਬਣਦਾ ਮੁੱਲ ਨਾ ਦੇਣ ਦੇ ਖਿਲਾਫ ਰੋਡ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਦੇ ਨਾਲ ਪਹੁੰਚ ਕੇ
ਜ਼ਿਲ੍ਹਾ ਸਕੱਤਰੇਤ ਦੇ ਮੂਹਰੇ ਮੁਜ਼ਾਹਰਾ ਕਰਦਿਆਂ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਾਡੀ ਗੱਲ ਨਾ ਸੁਣੀ ਤਾਂ ਚੱਕਾ ਜਾਮ ਕਰਾਂਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲੌਰ ਸਿੰਘ ਘਾਲੀ ਦੇ ਮੁਤਾਬਿਕ ਪੰਜਾਬ ਦੇ ਵਿੱਚ ਸੜਕਾਂ ਬਣਾਉਣ ਦੇ ਲਈ 500 ਏਕੜ ਤੋਂ ਵੀ ਵੱਧ ਰੁੱਖ ਕੱਟੇ ਜਾ ਰਹੇ ਨੇ, ਵੱਢੇ ਜਾ ਰਹੇ ਨੇ। ਕੇਂਦਰ ਸਰਕਾਰ ਤੋਂ ਕਿਸਾਨ ਪਹਿਲਾਂ ਹੀ ਬਹੁਤ ਦੁਖੀ ਸੀ। ਹੁਣ ਨਵੇਂ ਖੇਤੀ ਕਾਨੂੰਨਾਂ ਦੇ ਰਾਹੀਂ ਕਾਰਪੋਰੇਟਾਂ ਨੂੰ ਲਾਹਾ ਪਹੁੰਚਾਉਣ ਦੇ ਲਈ ਪੰਜਾਬ ਸਰਕਾਰ ਕੇਂਦਰ ਦੇ ਨਾਲ ਮਿਲ ਕੇ ਐਕਸਪ੍ਰੈਸ ਵੇ ਕੱਢ ਰਹੀ ਹੈ। ਇਸ ਦੇ ਲਈ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਲੈ ਕੇ ਕੇਂਦਰ ਸਰਕਾਰ ਨੂੰ ਦਿੱਤੀਆਂ ਜਾ ਰਹੀਆਂ ਨੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਆਰ ਪਾਰ ਦੀ ਲੜਾਈ ਉਹ ਵਿੱਢ ਲਵਾਂਗੇ ਜੇ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ। ਕਿਹਾ ਕਿ ਜਾਮਨਗਰ ਵਾਇਆ ਬਠਿੰਡਾ ਐਕਸਪ੍ਰੈਸ ਵੇ ਦੇ ਲਈ ਅਸੀਂ ਜ਼ਮੀਨ ਨਹੀਂ ਦੇਵਾਂਗੇ। ਪੱਕੇ ਤੌਰ ਤੇ ਪੰਜਾਬ ਸਰਕਾਰ ਖਿਲਾਫ ਧਰਨਾ ਲਾਉਣ ਦਾ ਇੱਥੇ ਐਲਾਨ ਕੀਤਾ। ਕਿਹਾ ਕਿ ਪੰਜਾਬ ਸਰਕਾਰ ਮੋਦੀ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਲਈ ਲੱਗੀ ਹੋਈ ਹੈ। ਅਗਲੀ ਖਬਰ ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀकांड ਦੇ ਨਾਲ ਜੁੜੀ ਹੋਈ ਹੈ। ਨਵੀਂ ਸਿੱਟ ਜਿਹੜੀ ਬਣਾਈ ਗਈ ਹੈ ਬਾਈਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड ਦੀ ਜਾਂਚ ਦੇ ਲਈ। ਉਸ ਸਿੱਟ ਦੇ ਵੱਲੋਂ ਪਟਿਆਲਾ ਦੇ ਵਿੱਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਪੁੱਛ ਪੜਤਾਲ ਕੀਤੀ ਗਈ। ਪਟਿਆਲਾ ਦੇ ਸਰਕਟ ਹਾਊਸ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ। ਜਾਂਚ ਟੀਮ ਦੇ ਵੱਲੋਂ ਢੱਡਰੀਆਂ ਵਾਲਿਆਂ ਦੇ ਬਿਆਨ ਦਰਜ ਕੀਤੇ ਗਏ। ਟੀਮ ਦੀ ਅਗਵਾਈ ਏਡੀਜੀਪੀ ਐਲਕੇ ਯਾਦਵ ਨੇ ਕੀਤੀ। ਟੀਮ ਨੇ ਸਵੇਰੇ 11:30 ਵਜੇ ਤੋਂ ਲੈ ਕੇ 3 ਵਜੇ ਤੱਕ ਪੁੱਛ ਪੜਤਾਲ ਕੀਤੀ, ਲੰਬੀ ਪੁੱਛ ਪੜਤਾਲ ਕੀਤੀ, ਜਿਸ ਤੋਂ ਬਾਅਦ ਢੱਡਰੀਆਂ ਵਾਲੇ ਆਪਣੇ ਜਿਹੜੇ ਗੁਰਦੁਆਰਾ ਬਣਾਇਆ ਹੋਇਆ ਉਸ ਥਾਂ ਤੇ ਚਲੇ ਗਏ ਸੀ। ਇਸ ਦੌਰਾਨ ਢੱਡਰੀਆਂ ਵਾਲਿਆਂ ਦੇ ਨਾਲ ਜਗਸੀਰ ਸਿੰਘ ਸੀਰਾ ਸਮੇਤ ਜਥੇ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ। ਢੱਡਰੀਆਂ ਵਾਲੇ ਹੋ ਸਕਦਾ ਹੈ ਕਿ ਮੀਡੀਆ ਦੇ ਨਾਲ ਜਲਦੀ ਇਸ ਬਾਰੇ ਗੱਲਬਾਤ ਕਰਨ। ਇਸ ਤੋਂ ਪਹਿਲਾਂ ਸਿੱਟ ਨੇ ਭਾਈ ਪੰਥਪ੍ਰੀਤ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਹੈ, ਪੁੱਛ ਪੜਤਾਲ ਕੀਤੀ ਹੈ ਤੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ ਪੜਤਾਲ ਇਸ ਸਿੱਟ ਕਰ ਚੁੱਕੀ ਹੈ। ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਬੇਅਦਬੀ ਮਾਮਲੇ ਤੇ ਨਵੀਂ ਸਿੱਟ ਦੀ ਕਾਰਗੁਜ਼ਾਰੀ ਤੇ ਮੁੜ ਸਵਾਲ ਚੁੱਕੇ ਨੇ। ਕਿਹਾ ਕਿ ਅਸੀਂ ਚਾਹੁੰਦੇ ਹਾਂ ਬੇਅਦਬੀ ਦਾ ਇਨਸਾਫ ਮਿਲੇ। ਹਾਈ ਕੋਰਟ ਦੀ ਝਾੜ ਤੋਂ ਬਾਅਦ ਜੋ ਨਵੀਂ ਸਿੱਟ ਬਣਾਈ ਹੈ ਇਸ ਦਾ ਅਸੀਂ ਹਰ ਪੱਖ ਤੋਂ ਸਹਿਯੋਗ ਕੀਤਾ, ਪਰ ਜਿਸ ਤਰ੍ਹਾਂ ਦੇ ਬਿਆਨ ਸੁਨੀਲ ਜਾਖੜ ਦੇ ਆਏ ਨੇ ਕਿ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਕਿ ਬਾਦਲਾਂ ਨੂੰ ਇਹਨਾਂ ਘਟਨਾਵਾਂ 'ਚ ਕਿਵੇਂ ਫਰੇਮ ਕਰਨਾ ਹੈ, ਉਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਗਾਂਧੀ ਪਰਿਵਾਰ ਤੋਂ ਲੈ ਕੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਤੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਦਾ ਸਿਰਫ ਇੱਕੋ ਮਨਸੂਬਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਸਾਇਆ ਜਾਵੇ। ਪੰਜਾਬ ਦੇ ਬਿਜਲੀ ਸੰਕਟ ਦੀ ਗੱਲ ਕਰ ਲਈਏ ਤਾਂ ਇਹ ਸੰਕਟ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਲੋਕ ਹਾਲੇ ਵੀ ਪਰੇਸ਼ਾਨ ਹੋ ਰਹੇ ਨੇ। ਹੁਣ ਰੋਪੜ ਥਰਮਲ ਪਾਵਰ ਪਲਾਂਟ ਦਾ ਇੱਕ ਯੂਨਿਟ ਵੀ ਬੰਦ ਹੋ ਗਿਆ ਹੈ। ਸੋਮਵਾਰ ਸਵੇਰੇ ਇੱਕ ਯੂਨਿਟ ਨੇ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਤਲਵੰਡੀ ਸਾਬੋ ਦਾ ਜਿਹੜਾ ਥਰਮਲ ਪਾਵਰ ਪਲਾਂਟ ਹੈ ਉਸ ਦੇ ਵੀ 2 ਯੂਨਿਟ ਬੰਦ ਹੋ ਚੁੱਕੇ ਨੇ। ਰੋਪੜ ਥਰਮਲ ਪਲਾਂਟ ਦੇ 3, 4, 5 ਤੇ 6 ਨੰਬਰ ਯੂਨਿਟ ਚੱਲ ਰਹੇ ਸੀ। ਚਾਰਾਂ ਯੂਨਿਟਾਂ ਦੀ 210 ਮੈਗਾਵਾਟ ਕੱਲੇ ਦੀ ਸਮਰੱਥਾ ਹੈ ਤੇ 840 ਮੈਗਾਵਾਟ ਕੁੱਲ ਬਿਜਲੀ ਦਾ ਇੱਥੇ ਉਤਪਾਦਨ ਹੁੰਦਾ ਤੇ ਹੁਣ 3 ਨੰਬਰ ਯੂਨਿਟ ਬੰਦ ਹੋ ਗਿਆ। ਇਸੇ ਦਰਮਿਆਨ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਸੋਮਵਾਰ ਤੋਂ ਸ਼ਰਤਾਂ ਦੇ ਨਾਲ ਇੰਡਸਟਰੀਆਂ ਖੋਲਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ। 30% ਦੀ ਸਮਰੱਥਾ ਦੇ ਨਾਲ ਹੁਣ ਜਿਹੜੀਆਂ ਵੱਧ ਊਰਜਾ ਖਪਤ ਵਾਲੀਆਂ ਇੰਡਸਟਰੀਆਂ ਸੀ ਉਹ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ। ਜ਼ਰੂਰੀ ਸੇਵਾਵਾਂ ਵਾਲੀਆਂ ਇੰਡਸਟਰੀਆਂ ਤੇ ਕੋਈ ਪਾਬੰਦੀ ਨਹੀਂ ਹੈ, ਉਹ 100% ਦੀ ਸਮਰੱਥਾ ਦੇ ਨਾਲ ਖੁੱਲ ਸਕਦੀਆਂ ਨੇ। ਬਿਜਲੀ ਸੰਕਟ ਕਰਕੇ 3 ਦਿਨ ਲਈ ਇੰਡਸਟਰੀਆਂ ਬੰਦ ਕੀਤੀਆਂ ਗਈਆਂ ਸੀ। ਹਾਲਾਂਕਿ ਮੰਗਲਵਾਰ ਤੱਕ ਰੋਕ ਵਧਾਈ ਗਈ ਸੀ, ਪਰ ਸੋਮਵਾਰ ਤੋਂ ਚਾਲੂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਲੁਧਿਆਣਾ ਦੇ ਉਦਯੋਗਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੀਫ ਮੈਨੇਜਿੰਗ ਡਾਇਰੈਕਟਰ ਵੇਨੂ ਪ੍ਰਸਾਦ ਨੇ ਦੱਸਿਆ ਕਿ ਲੁਧਿਆਣਾ ਉਦਯੋਗ ਰੈਗੂਲੇਸ਼ਨ ਖਤਮ ਹੋ ਗਿਆ। ਜ਼ਰੂਰੀ ਸੇਵਾਵਾਂ ਵਾਲੇ ਉਦਯੋਗਾਂ ਤੋਂ ਇਲਾਵਾ ਸੂਬੇ ਵਿੱਚ ਲਗਾਤਾਰ ਚੱਲਣ ਵਾਲੇ ਉਦਯੋਗਾਂ ਨੂੰ ਸੋਮਵਾਰ ਤੋਂ 30% ਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। PSPCL ਦੇ CMD ਵੇਨੂ ਪ੍ਰਸਾਦ ਨੇ ਇਹ ਵੀ ਦੱਸਿਆ ਹੈ ਕਿ PSPCL ਨੇ ਹੁਣ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਨੂੰ ਯੂਨਿਟ ਨੰਬਰ 3 ਦੀ ਸਮੇਂ ਸਿਰ ਉਪਲਬਧਤਾ ਨਾ ਕਰਾਉਣ ਦੇ ਕਾਰਨ ਨੋਟਿਸ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ PSPCL ਨੇ ਵਾਰੀ-ਵਾਰੀ ਨਿਰਦੇਸ਼ ਦਿੱਤਾ ਕਿ ਝੋਨੇ ਦੀ ਸੀਜ਼ਨ ਦੇ ਵਿੱਚ ਥਰਮਲ ਪਲਾਂਟ ਆਪਣੀਆਂ 3 ਯੂਨਿਟਾਂ ਦੀ ਪੂਰੀ ਉਪਲਬਧਤਾ ਯਕੀਨੀ ਬਣਾਵੇ, ਪਰ ਯੂਨਿਟ ਨੰਬਰ 3 ਫਿਰ ਖਰਾਬ ਹੈ ਤੇ ਕਿੰਨੇ ਦਿਨਾਂ ਤੋਂ ਖਰਾਬ ਹੈ। ਝੋਨੇ ਦਾ ਸੀਜ਼ਨ ਜ਼ੋਰਾਂ ਤੇ ਹੈ। ਇਸ ਦੇ ਬਾਵਜੂਦ ਵੀ ਇਹਨਾਂ ਨੇ ਇਸ ਯੂਨਿਟ ਦੀ ਖਰਾਬੀ ਠੀਕ ਨਹੀਂ ਕੀਤੀ। ਸਿਆਸਤ ਵੀ ਇਸ ਮਸਲੇ ਦੇ ਉੱਤੇ ਜ਼ੋਰਾਂ ਤੇ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਵਿੱਚ ਨਾਕਾਮ ਰਹੇ ਨੇ, ਜਦਕਿ ਪੰਜਾਬ 10,458 ਕਰੋੜ ਦੀ ਬਿਜਲੀ ਸਬਸਿਡੀ ਕਿਸਾਨਾਂ ਨੂੰ ਦੇ ਰਿਹਾ ਹੈ। ਇਸ ਦੇ ਜਵਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਰਾਘਵ ਚੱਡਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਰਵਿੰਦ ਕੇਜਰੀਵਾਲ ਨੂੰ ਗਾਲਾਂ ਕੱਢਣੀਆਂ ਬੰਦ ਕਰਕੇ ਕੰਮ ਕਰਨ। ਪਟਿਆਲਾ ਦੇ ਵਿੱਚ ਬਿਜਲੀ ਦੀ ਨਾਕਸ ਸਪਲਾਈ ਦੇ ਖਿਲਾਫ ਸੁਰਜੀਤ ਸਿੰਘ ਫੂਲ ਦੀ ਅਗਵਾਈ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਲੀਡਰਾਂ ਨੇ ਦੱਸਿਆ ਕਿ ਧਰਨਾ ਅਣਮਿੱਥੇ ਸਮੇਂ ਲਈ ਹੈ। ਇਹਨਾਂ ਦਾ ਤਰਕ ਹੈ ਕਿ ਪਾਵਰਕਾਮ ਦੇ ਵੱਲੋਂ 8 ਘੰਟੇ ਬਿਜਲੀ ਦੇਣ ਦਾ ਫੈਸਲਾ ਦਿੱਤਾ ਗਿਆ, ਬਾਵਜੂਦ ਇਸ ਦੇ 3 ਜਾਂ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ, ਬਾਕੀ ਸਾਰਾ ਕੱਟ
ਕੱਟ ਲਾਇਆ ਜਾ ਰਿਹਾ ਹੈ, जिस करके किसानां नूं लोड़ींदी बिजली नहीं मिल रही। किसानां दा कहना है कि साडा झोना सुक रहा है ते झोने दी लवाई भी पछड़ रही है। घरेलू बिजली दे विच भी वड्डे वड्डे कट ने जिहड़े ओह लाए जा रहे ने। आम आदमी पार्टी ने जिथे कैप्टन अमरिंदर सिंह नूं जवाब दिता है उन्हां दे बयान दा, उत्थे ही आम आदमी पार्टी दे पंजाब प्रधान भगवंत मान ने प्रैस कॉन्फ्रेंस कीती ते इह एक वड्डा ऐलान कीता कि आम आदमी पार्टी दी जो सरकार बनेगी पंजाब दे विच तां असीं पंजाब मारू बिजली समझौते रद्द कर देंगे। कह के आम आदमी पार्टी पंजाब दे लोकां लई एक कारगर रोड मैप लैके आएगी बिजली दी सप्लाई नूं लैके। इस दे नाल ही भगवंत मान ने यह भी कहा कि अगले 25 सालां दे विच पंजाब दे लोकां नूं 2.25 लाख करोड़ रुपये प्राइवेट बिजली कंपनियां नूं ही देने पैणगे। क्या कि बिजली संकट इस वक्त पंजाब दे बच्चे बच्चे का दर्द है। पंजाब दे लोग पावरलैस ने क्योंकि साडा पावर मंत्री महलां दे विच बैठा है। भगवंत मान ने यह भी मांग की कि भारत दे चोण कमिशन नूं सियासी पार्टियां वल्लों जारी कीते जांदे चोण मनोरथ पत्तर ने जिहड़े ओह रजिस्टर्ड करने चाहीदे ने। कहंदे मैं संसद दे विच इह मंग रखांगा, हुण सैशन क्योंकि शुरू होण वाला है। मान ने कहा कि मैं मंग रखांगा कि सियासी पार्टियां दा मैनीफेस्टो कानूनी अते रिकॉर्डेड दस्तावेज होना चाहिदा है ते जे सियासी पार्टियां सत्ता विच आउण ते वादे ना पूरे करन तां उन्हां दे विरुद्ध नोटिस भी जारी करना चाहिदा है। इस दरम्यान श्रोमणी अकाली दल के प्रधान सुखबीर सिंह बादल ने भी बिजली मुद्दे ते प्रैस कॉन्फ्रेंस की। कहा कि कुछ दिनों तो पंजाब च एक वड्डी बहस चल रही है जिहदे विच बिजली मुख मुद्दा है। थर्मल प्लांट बंद ने जां चल रहे ने जां पुराना समझौता सही है जां गलत है, इस बारे ही चर्चा हो रही है। बादल कहते कि मैनूं हैरानी हुंदी है वड्डे वड्डे लीडर बयान तां दे रहे ने पर उन्हां कोले तत्थ नहीं होना हैगा। उन्हां कहा कि असल मुद्दा हर सियासी पार्टी दा होना चाहिदा है कि लोकां नूं सस्ती बिजली मिले ते पूरी बिजली मिले। सुखबीर बादल ने कहा कि मैं स्पष्ट करना चाहना कि पहला बिजली किवें सी ते हुण किवें है। कहंदे 2002 दे विच मुख मंत्री कैप्टन अमरिंदर सिंह बने, 6000 मैगावाट बिजली पैदा हुई जिस जिहड़ी कि एक वड्डी घाट सी। 2007 विच बिजली दी मंग 9000 मैगावाट दी हो गई। 5 साल दे विचाले कैप्टन ने बिजली पैदा करन दे लई कोई उपराला नहीं कीता। 2007 विच घरां लई 8 घंटे दी कटौती हुंदी सी, मोटरां नूं बिजली नहीं मिलदी सी, 70% सब स्टेशन ओवरलोड हुंदे सी। अपनी पार्टी दे गुणगान करदिआं सुखबीर बादल ने कहा कि असीं वादा कीता सी असीं समस्या दा हल करांगे ते फिर साडे कोल 3 विकल्प सी, चाहे अपने थर्मल प्लांट लाए जाण जां होर सूबिਆਂ नाल समझौते कीते जाण जां फिर बिजली खरीदी जावे। फिर असीं फैसला कीता कि जे ग्रिड सफल नहीं हुंदे, जे मैं बिजली खरीदी, जे मैं अपग्रेड कीता हुंदा तां इस ते 5000 करोड़ रुपए दा खर्चा आउणा सी। बाहरों बिजली लैके खरीद कीमत 10 ਤੋਂ 12 रुपए प्रति यूनिट सी जिहड़ी कि बहुत महंगी सी। इसलिए असीं फैसला किया कि सूबे दे विच अपने थर्मल प्लांट लावांगे। 22000 करोड़ रुपए का एक निजी थर्मल प्लांट लाउण दी लोड़ सी जिहदे विचों 5000 करोड़ रुपए गरीबां नूं अपग्रेड करना पिया। चंगा विकल्प प्राइवेट थर्मल प्लांट स्थापित करना सी जिहदे विच कंपनी पैसे का निवेश करेगी पर थर्मल ने जिहड़े ओह सरकार दे रहणगे। इह सुखबीर बादल ने सारा स्पष्टीकरण दिता है ਜਦੋਂ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਜਿਹੜੀ ਬਾਦਲਾਂ ਦੀ ਸਰਕਾਰ ਸੀ ਉਸ ਨੇ ਹੀ ਬਿਜਲੀ ਸਮਝੌਤੇ ਕੀਤੇ ਨੇ ਜਿਹਦੇ ਨਾਲ ਪੰਜਾਬ ਕੰਗਾਲ ਹੋ ਰਿਹਾ ਨਾਲੇ ਬਿਜਲੀ ਵੀ ਨਹੀਂ ਮਿਲ ਰਹੀ ਲੋਕਾਂ ਨੂੰ। ਤੇ ਬਿਜਲੀ ਸੰਕਟ ਤੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੁੜ ਬਾਦਲਾਂ ਨੂੰ ਘੇਰਿਆ ਹੈ ਬਿਜਲੀ ਸਮਝੌਤਿਆਂ ਨੂੰ ਲੈ ਕੇ। ਜਿੱਥੇ ਸੁਖਬੀਰ ਬਾਦਲ ਸਫਾਈਆਂ ਦੇ ਰਹੇ ਨੇ, ਨਵਜੋਤ ਸਿੰਘ ਸਿੱਧੂ ਨੇ ਮੁੜ ਸਵਾਲ ਚੁੱਕੇ ਨੇ। ਫੇਸਬੁੱਕ ਪੋਸਟ ਪਾ ਕੇ ਪਿਛਲੀ ਅਕਾਲੀ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਨੂੰ ਪੰਜਾਬ ਦੀ ਲੁੱਟ ਕਰਾਰ ਦਿੱਤਾ। ਸਿੱਧੂ ਨੇ ਕਿਹਾ ਕਿ ਬਾਦਲਾਂ ਦੇ ਦਸਤਖਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਨੇ ਤੇ ਇਹਨਾਂ ਵਿਰੁੱਧ ਕਾਨੂੰਨੀ ਵਿਕਲਪ ਸੀਮਿਤ ਨੇ ਕਿਉਂਕਿ ਇਹਨਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਦੇ ਵੱਲੋਂ ਪੂਰੀ ਸੁਰੱਖਿਆ ਮਿਲੀ ਹੋਈ ਹੈ। इन्हां तो बचन का इक्को एक राह पंजाब विधान सभा वालों नवा कानून बनाउणा ही है जो बिजली खरीद कीमतां दी हद तय करे, पिछली स्थिति भी बहाल करे ते इन्हां लोक विरोधी समझौतिਆਂ ਨੂੰ रद्द करे। सिद्धू ने कहा कि विधान सभा ਦੇ ਵਿੱਚ बिजली खरीद समझौतिਆਂ ਤੇ वाइट पेपर जारी करना चाहिए है तां कि इन्हां भ्रिष्ट समझौतिਆਂ ਨੂੰ कलमबद्ध ਕਰਨ ਵਾਲੇ ਬਾਦਲਾਂ ਤੇ ਹੋਰਾਂ ਲੋਕਾਂ ਨੂੰ ਕਚਹਿਰੀਆਂ ਦੇ ਵਿੱਚ ਜਵਾਬਦੇਹ ਬਣਾਇਆ ਜਾ ਸਕੇ। ਕਹਿੰਦੇ ਮੈਂ 2017 ਤੋਂ ਇਹ ਮੰਗ ਕਰ ਰਿਹਾ ਪਰ ਇਸ ਮਹਿਕਮੇ ਦੇ ਵਿੱਚ ਅਫਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ला रखे, यानी कि अपनी सरकार ते भी जांदे जांदे निशाना ला के गए ने। अगली खबर मोगा तो है जिथे बागा पुराणा दे विच पुलिस ने अकाली दल के जिला प्रधान ते होर अहुदेदारां समेत सैकड़े वर्करां के खिलाफ केस दर्ज किए ने। मामला सुखबीर बादल दी खनन माफिया खिलाफ रेड तो बाद जिहड़ा भखिया सीगा। बागा पुराणा दे विच फिर विधायक के खिलाफ धरना लाया सी, उस मामले दे विच परचे दर्ज किए गए ने। सुखबीर बादल ने लंघे दिनी हुशियारपुर के पिंड हाजीपुर अते संघवाल का दौरा करके नाजायज़ माइनिंग का दावा किया सी
ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਵੀ ਦਿੱਤੀ ਸੀ ਕਿ ਜੇ ਹਿੰਮਤ ਹੈ ਤਾਂ ਨਜਾਇਜ਼ ਖਨਨ ਦੇ ਗੋਰਖ ਧੰਦੇ ਨੂੰ ਕਲੀਨ ਚਿੱਟ ਦੇ ਕੇ ਦਿਖਾਉਣ। ਸਾਬਕਾ ਉਪ ਮੁੱਖ ਮੰਤਰੀ ਨੇ ਨਜਾਇਜ਼ ਖਨਨ ਦੇ ਕਾਰੋਬਾਰ ਪਿੱਛੇ ਮੋਗਾ ਜ਼ਿਲ੍ਹੇ ਦੇ ਹਾਕਮ ਧਿਰ ਦੇ ਵਿਧਾਇਕ ਦੇ ਪੁੱਤ ਦਾ ਨਾਮ ਲਿਆ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਸ਼ਨੀਵਾਰ ਸ਼ਾਮ ਨੂੰ 2 ਘੰਟਿਆਂ ਦੇ ਲਈ ਬਾਗਾ ਪੁਰਾਣਾ ਚੌਂਕ ਦੇ ਵਿੱਚ ਧਰਨਾ ਲਾਇਆ ਸੀ, ਜਿਸ ਤੋਂ ਬਾਅਦ ਬਾਗਾ ਪੁਰਾਣਾ ਪੁਲਿਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੀਆਂ ਕੋਵਿਡ-19 ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਤੀਰਥ ਸਿੰਘ ਮਾਲਾ ਸਮੇਤ 150 ਤੋਂ ਵੱਧ ਅਕਾਲੀ ਵਰਕਰਾਂ ਦੇ ਖਿਲਾਫ ਪਰਚੇ ਦਰਜ ਕੀਤੇ ਨੇ। ਖਬਰ ਮਿਲ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 6 ਜੁਲਾਈ ਨੂੰ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਜਾ ਰਹੇ ਨੇ। ਉਹਨਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਸੰਭਾਵਨਾ ਇਹ ਵੀ ਦੱਸੀ ਜਾ ਰਹੀ ਹੈ ਕਿ ਮੀਟਿੰਗ ਦੇ ਵਿੱਚ ਸੂਬੇ ਵਿੱਚ ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਖਾਨਾ ਜੰਗੀ ਚੱਲ ਰਹੀ ਹੈ ਉਸ ਦੇ ਕੋਈ ਫਾਰਮੂਲਾ ਤੈਅ ਹੋ ਸਕਦਾ ਹੈ, ਕੋਈ ਨਾ ਕੋਈ ਹੱਲ ਨਿਕਲ ਆਏਗਾ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਦੱਸਿਆ ਕਿ ਸੰਸਦ ਦੇ ਵਿੱਚ 22 ਜੁਲਾਈ ਤੋਂ ਵਿਰੋਧ ਪ੍ਰਦਰਸ਼ਨ ਜਿਹੜਾ ਅਸੀਂ ਸ਼ੁਰੂ ਕਰਨਾ ਹੈ। ਸੰਸਦ ਨੂੰ ਘੇਰਨ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੀਆਂ ਤਿਆਰੀਆਂ ਮੋਰਚੇ ਦੇ ਵੱਲੋਂ ਲਗਾਤਾਰ ਜਾਰੀ ਨੇ। 19 ਜੁਲਾਈ ਤੋਂ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ 22 ਜੁਲਾਈ ਤੋਂ ਕਿਸਾਨਾਂ ਦੇ ਜਥੇ ਹਰ ਦਿਨ ਸਿੰਘੂ ਬਾਰਡਰ ਤੋਂ ਸੰਸਦ ਵੱਲ ਪਹੁੰਚਿਆ ਕਰਨਗੇ ਅਤੇ ਰੋਸ ਮੁਜ਼ਾਹਰੇ ਕਰਿਆ ਕਰਨਗੇ। ਕਿਸਾਨਾਂ ਨੇ ਕਿਹਾ ਕਿ ਅਸੀਂ ਵਿਰੋਧੀ ਪਾਰਟੀਆਂ ਤੋਂ ਇਹੀ ਚਾਹੁੰਦੇ ਹਾਂ ਕਿ ਉਹ ਸਰਗਰਮੀ ਦੇ ਨਾਲ ਸੈਸ਼ਨ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਉਠਾਉਣ, ਗੰਭੀਰਤਾ ਦੇ ਨਾਲ ਉਠਾਉਣ। ਅਸੀਂ ਨਹੀਂ ਚਾਹੁੰਦੇ ਕਿ ਵਿਰੋਧੀ ਤਰ੍ਹਾਂ ਹੰਗਾਮਾ ਕਰਨ ਤੇ ਕਾਰਵਾਈ 'ਚ ਵਿਘਨ ਪੈ ਜੇ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਅੰਦਰ ਸੰਸਦ ਦੇ ਉਸਾਰੂ ਢੰਗ ਦੇ ਨਾਲ ਵਿਰੋਧ ਦਰਜ ਕਰਵਾਇਆ ਜਾਵੇ, ਜਦ ਕਿ ਕਿਸਾਨ ਨੇ ਜਿਹੜੇ ਉਹ ਬਾਹਰ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਅੰਦਰ ਜਿਹੜੇ ਸਾਡੀ ਹਮਾਇਤ ਦੇ ਵਿੱਚ ਵਿਰੋਧੀ ਧਿਰਾਂ ਦੇ ਸਾਂਸਦ ਉਹ ਪ੍ਰਦਰਸ਼ਨ ਕਰਨ। ਤੇ 8 ਜੁਲਾਈ ਨੂੰ ਕਿਸਾਨਾਂ ਦੇ ਵੱਲੋਂ ਤੇਲ ਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਖਿਲਾਫ ਦੇਸ਼ ਵਿਆਪੀ ਰੋਸ ਮੁਜ਼ਾਹਰੇ ਦਾ ਜਿਹੜਾ ਐਲਾਨ ਕੀਤਾ ਹੋਇਆ ਉਸ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਦੌਰਾਨ ਲਾਲ ਕਿਲੇ ਦੀਆਂ ਘਟਨਾਵਾਂ ਦੇ ਸੰਬੰਧ ਦੇ ਵਿੱਚ ਖੇਮਪ੍ਰੀਤ ਸਿੰਘ ਨੌਜਵਾਨ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ, ਪਿਛਲੇ ਦਿਨੀ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਲੀਗਲ ਸੈੱਲ ਦੇ ਰਾਹੀਂ ਇਹ ਰਿਹਾਈ ਹੋਈ ਹੈ। 6 ਜੁਲਾਈ ਮੰਗਲਵਾਰ ਨੂੰ ਹਰਿਆਣਾ ਦੇ ਵਿੱਚ ਕਿਸਾਨ ਮੰਚ ਹਰਿਆਣਾ ਦੇ ਵੱਲੋਂ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਇੱਕ ਵੱਡੀ ਮਹਾ ਰੈਲੀ ਕੱਢੀ ਜਾਏਗੀ, ਜਿਸ ਨੂੰ ਤਿਕਾਰ ਰੈਲੀ ਦਾ ਨਾਮ ਦਿੱਤਾ ਗਿਆ ਹੈ। ਸਵੇਰੇ 10 ਵਜੇ ਸ਼ੁਰੂ ਹੋਏਗੀ। ਇਸ ਰੈਲੀ ਵਿੱਚ ਸਾਰੇ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਰੈਲੀ ਵਿੱਚ ਕਿਸਾਨ ਲੀਡਰ ਡਾਕਟਰ ਦਰਸ਼ਨਪਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ ਸਮੇਤ ਕਈ ਹੋਰ ਕਿਸਾਨ ਲੀਡਰ ਸ਼ਾਮਿਲ ਹੋਣਗੇ। ਇਸ ਮੌਕੇ ਗੁਰਨਾਮ ਸਿੰਘ ਚੜੂਨੀ ਦੇ ਸ਼ਾਮਿਲ ਜਾਂ ਨਾ ਸ਼ਾਮਿਲ ਹੋਣ ਦਾ ਸਸਪੈਂਸ ਵੀ ਬਣਿਆ ਹੋਇਆ, ਕਿਉਂਕਿ ਗੁਰਨਾਮ ਸਿੰਘ ਚੜੂਨੀ ਦੀ ਇਸ ਪੋਸਟਰ ਤੇ ਫੋਟੋ ਨਹੀਂ ਲੱਗੀ ਹੋਈ। ਦਰਅਸਲ ਸਿਰਸਾ ਦੇ ਵਿੱਚ ਜਿਹੜਾ ਕਿਸਾਨਾਂ ਨੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ, ਉਸ ਨੂੰ 6 ਜੁਲਾਈ ਨੂੰ ਪੂਰੇ 7 ਮਹੀਨੇ ਪੂਰੇ ਹੋ ਜਾਣਗੇ। ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੇ ਸਿਆਸੀ ਲੀਡਰਾਂ ਦੇ ਘਿਰਾਓ ਕੀਤੇ ਜਾ ਰਹੇ ਨੇ, ਉਹ ਹੁਣ ਸਿਰਫ ਤੇ ਸਿਰਫ ਬੀਜੇਪੀ ਦੇ ਲੀਡਰ ਹੀ ਨਹੀਂ ਉਹਦੇ 'ਚ ਸ਼ਾਮਿਲ ਰਹੇ। ਹੁਣ ਕਾਂਗਰਸ ਦੇ ਜਿਹੜੇ ਲੀਡਰ ਨੇ ਜਾਂ ਫਿਰ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਦਾ ਵੀ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਹੈਗੇ ਨੇ ਦਲਜੀਤ ਸਿੰਘ ਚੀਮਾ, ਉਹਨਾਂ ਦਾ ਵਿਰੋਧ ਕੀਤਾ ਗਿਆ। ਉਸ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਸਿਆਸੀ ਲੀਡਰਾਂ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਉਸ ਨੂੰ ਮੁੜ ਵਿਚਾਰਨਾ ਚਾਹੀਦਾ ਹੈ। ਚੰਦੂਮਾਜਰਾ ਨੇ ਅਪੀਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀ ਸੱਤਾ ਤੇ ਕਾਬਜ਼ ਪਾਰਟੀ ਨੂੰ ਖਾਨਾ ਜੰਗੀ ਕਰਵਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ 'ਚ ਦਾਖਲ ਹੋਣ ਸਮੇਂ ਪਹਿਲਾਂ ਪਰਾਲੀ ਦੇ ਧੂਏ ਬਾਰੇ ਸਪਸ਼ਟਤਾ, ਪੰਜਾਬ ਦੇ ਪਾਣੀਆਂ ਤੋਂ ਪੰਜਾਬ ਦਾ ਹੱਕ, ਤਿਹਾੜ ਜੇਲ੍ਹ ਵਿੱਚ ਕਿਸਾਨਾਂ ਦੀ ਕੁੱਟਮਾਰ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਤੇ ਉਹਨਾਂ ਨੇ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਵਿਰੋਧ ਦਾ ਜਿਹੜਾ ਫੈਸਲਾ ਹੈ ਉਸ ਤੇ ਤੁਸੀਂ ਮੁੜ ਵਿਚਾਰ ਕਰੋ। ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ 50% ਸਬਸਿਡੀ ਉੱਤੇ 20,000 ਮੀਟ੍ਰਿਕ ਟਨ ਜਿਪਸਮ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧਕੀ ਨਿਰਦੇਸ਼ਕ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਐਗਰੋ ਤੇ ਖੇਤੀਬਾੜੀ ਵਿਭਾਗ ਪੰਜਾਬ ਰਾਹੀਂ ਖਾਰੀਆਂ ਜਾਂ ਕਾਲਰਾਠੀਆਂ ਜ਼ਮੀਨਾਂ ਦੀ ਸਿਹਤ ਦੇ ਸੁਧਾਰ ਲਈ 70% ਕੈਲਸ਼ੀਅਮ ਸਲਫੇਟ ਵਾਲਾ ਜਿਪਸਮ 50% ਸਬਸਿਡੀ ਉੱਤੇ ਉਪਲਬਧ ਕਰਵਾਇਆ ਜਾਵੇਗਾ। ਇਸ ਸਾਲ ਸੂਬੇ ਦੇ ਕਿਸਾਨਾਂ ਨੂੰ 12 ਕਰੋੜ ਰੁਪਏ ਦੀ 20,000 ਮੀਟ੍ਰਿਕ ਟਨ ਜਿਪਸਮ ਦਿੱਤੀ ਜਾਏਗੀ, ਜਿਹਦੇ ਵਿੱਚੋਂ 50% ਸਬਸਿਡੀ ਮਿਲਣ ਨਾਲ ਕਿਸਾਨਾਂ ਨੂੰ 6 ਕਰੋੜ ਦਾ ਲਾਭ ਪਹੁੰਚੇਗਾ ਤੇ ਕਿਸਾਨ ਇਸ ਲਾਭ ਨੂੰ ਲੈਣ ਲਈ ਆਪੋ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਬਲਾਕ ਖੇਤੀਬਾੜੀ ਅਫਸਰ ਜਾਂ ਫਿਰ ਪੰਜਾਬ ਐਗਰੋ ਦੇ ਲੁਧਿਆਣਾ, ਜਲੰਧਰ, ਸੰਗਰੂਰ ਤੇ ਕੋਟਕਪੂਰਾ ਦੇ ਖੇਤਰੀ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਨੇ, ਜਿੱਥੇ ਉਹਨਾਂ ਨੂੰ 340 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ਵਾਲਾ ਜਿਪਸਮ ਸਿਰਫ 170 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ਤੇ ਦੇ ਦਿੱਤਾ ਜਾਏਗਾ।
दस्तावेज कुछ चाहिए होणगे किसानां नूं निर्धारित फार्म है जिहड़ा ओह भर के ओह अपने पिंड जां शहर दे सरपंच पंच लंबड़दार MC तो दस्तखत करा के आधार कार्ड की फोटो कॉपी ते बैंक पासबुक की फोटो कॉपी है जिहड़ी उहनां नूं देनी पवेगी। एक मोबाइल नंबर है जिहड़ा उस ते तुसीं संपर्क कर सकते हो। होर जानकारी दे लई मोबाइल नंबर है 85 447 18 919। इस नंबर ते संपर्क करके तुसीं होर जानकारी लै सकते हो। चंडीगढ़ ਦੇ ਵਿੱਚ बीजेपी ਦੇ ਵੱਲੋਂ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। बीजेपी युवा मोर्चा ਦੇ ਵੱਲੋਂ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਸੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਸੀ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇਹਨਾਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋਈ। ਤੇ ਇਸੇ ਦਰਮਿਆਨ ਪੰਜਾਬ बीजेपी ਨੇ बीजेपी ਦੇ ਲੀਡਰਾਂ ਤੇ ਵਰਕਰਾਂ ਤੇ ਹਮਲੇ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੁੱਦੇ ਤੇ ਵਿਚਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਦੇ ਲਈ ਸਮਾਂ ਮੰਗਿਆ ਹੈ। ਇਸ ਦੇ ਲਈ ਉਹਨਾਂ ਨੇ ਚਿੱਠੀ ਲਿਖੀ ਹੈ। ਚਿੱਠੀ ਵਿੱਚ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦਾ ਵਫਦ ਜਲਦੀ ਤੋਂ ਜਲਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਚਾਹੁੰਦਾ ਹੈ ਤਾਂ ਜੋ ਪੰਜਾਬ ਦੀ ਮੌਜੂਦਾ ਸਥਿਤੀ ਅਤੇ ਹਾਲਾਤਾਂ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਚਿੱਠੀ ਵਿੱਚ ਇਹਨਾਂ ਭਾਜਪਾਈਆਂ ਨੇ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਸਾਡੇ ਉੱਤੇ ਹਮਲੇ ਹੋ ਰਹੇ ਨੇ, ਸਮਾਜ ਵਿਰੋਧੀ ਅਨਸਰ ਸਾਡੇ ਤੇ ਹਮਲੇ ਕਰ ਰਹੇ ਨੇ, ਪਰ ਪੁਲਿਸ ਮੂਕ ਦਰਸ਼ਕ ਖੜ ਕੇ ਦੇਖਦੀ ਰਹਿੰਦੀ ਹੈ, ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਲੰਧਰ ਤੋਂ ਖਬਰ ਹੈ ਜਿੱਥੇ ਕਰੋਨਾ ਮਹਾਮਾਰੀ ਕਾਰਨ ਜਿਹੜੇ ਕੋਚਿੰਗ ਸੈਂਟਰ ਨੇ ਪਿਛਲੇ ਸਮੇਂ ਤੋਂ ਬੰਦ ਪਏ ਨੇ। ਹਾਲਾਂਕਿ ਆਇਲਸ ਕੋਚਿੰਗ ਸੈਂਟਰ ਤਾਂ ਖੁੱਲ ਗਏ ਨੇ ਪਰ ਬਾਕੀ ਸਾਰੇ ਕੋਚਿੰਗ ਸੈਂਟਰ ਬੰਦ ਪਏ ਨੇ, ਜਿਸ ਤੋਂ ਪਰੇਸ਼ਾਨ ਹੋ ਕੇ ਅਧਿਆਪਕਾਂ ਨੇ ਸੜਕਾਂ ਤੇ ਪ੍ਰਦਰਸ਼ਨ ਕੀਤਾ। DC ਦਫ਼ਤਰ ਦੇ ਬਾਹਰ ਪੁੱਡਾ ਗਰਾਊਂਡ ਦੇ ਵਿੱਚ ਇਹ ਮੁਜ਼ਾਹਰਾ ਹੋਇਆ ਜਿਹਦੇ ਵਿੱਚ ਕਾਂਗਰਸ ਪਾਰਟੀ ਦੇ ਪਿਛਲੇ ਚੋਣ ਨਾਰੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਦੀ ਤਰਜ਼ ਦੇ ਉੱਤੇ ਨਾਰਾ ਬਦਲ ਕੇ ਲਾਇਆ ਗਿਆ। ਚਾਹੁੰਦਾ ਹੈ ਪੰਜਾਬ ਆਫਲਾਈਨ ਕਲਾਸ, ਇਹਦੇ ਨਾਰੇ ਲਾਏ ਗਏ। ਉਹਨਾਂ ਕਿਹਾ ਕਿ ਆਨਲਾਈਨ ਪੜ੍ਹਾਈ ਕਾਰਨ ਹੁਣ ਬਿਜਲੀ ਕੱਟਾਂ ਜਿਹੜੀ ਆਨਲਾਈਨ ਪੜ੍ਹਾਈ ਉਹ ਬਿਜਲੀ ਕੱਟਾਂ ਕਰਕੇ ਹੋ ਨਹੀਂ ਪਾ ਰਹੀ, ਇਸ ਕਰਕੇ ਆਫਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣ। ਪੰਜਾਬ ਦੇ ਸਾਂਝਾ ਅਧਿਆਪਕ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਹੈ 8 ਜੁਲਾਈ ਨੂੰ ਅਰਥੀ ਫੂਕ ਮੁਜ਼ਾਹਰਿਆਂ ਦਾ। 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਖਿਲਾਫ ਇਹ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। 8 ਤੋਂ 9 ਜੁਲਾਈ ਦੀ ਮੁਲਾਜ਼ਮ ਪੈਨ ਡਾਊਨ ਹੜਤਾਲ ਨੂੰ ਸਕੂਲਾਂ ਦੇ ਵਿੱਚ ਵੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। 2 ਦਿਨਾਂ ਦੀ ਜਿਹੜੀ ਕਲਮ ਛੋੜ ਹੜਤਾਲ ਹੈ ਉਹ ਸਕੂਲਾਂ ਦੇ ਵਿੱਚ ਵੀ ਰਹੇਗੀ। 2011 ਦੌਰਾਨ ਮਿਲੇ ਤਨਖਾਹ ਵਾਧੇ ਬਰਕਰਾਰ ਰੱਖਣ ਅਤੇ ਪਰਖ ਸਮੇਂ ਦੌਰਾਨ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਅਧਿਆਪਕਾਂ ਦੇ ਨਾਲ ਇਨਸਾਫ ਦੀ ਵੀ ਮੰਗ ਕੀਤੀ ਗਈ ਹੈ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸੂਬੇ ਦੇ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਛੇਤੀ ਹੀ ਪੰਜਾਬ ਦੇ ਕਾਲਜਾਂ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਸਮੇਤ ਪ੍ਰਸ਼ਾਸਕੀ ਅਤੇ ਐਕੈਡੈਮਿਕ ਸਟਾਫ ਦੇ ਟੀਕਾਕਰਨ ਦੇ ਲਈ ਇੱਕ ਮੁਹਿੰਮ ਵਿੱਢੀ ਜਾਵੇਗੀ। ਕਾਲਜਾਂ ਦੇ ਵਿੱਚ ਵਿਸ਼ੇਸ਼ ਕੈਂਪ ਲਾਏ ਜਾਣਗੇ ਅਤੇ ਸਾਰੇ ਯੋਗ ਵਿਦਿਆਰਥੀਆਂ ਤੇ ਸਟਾਫ ਨੂੰ ਕੋਵਿਡ ਦਾ ਟੀਕਾ ਲਾਇਆ ਜਾਏਗਾ। ਕਸ਼ਮੀਰ ਦੇ ਵਿੱਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਦੇ ਮਾਮਲੇ ਦੇ ਵਿੱਚ ਕਸ਼ਮੀਰੀ ਵਿਦਿਆਰਥੀ ਜਥੇਬੰਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜੰਮੂ BJP ਪ੍ਰਧਾਨ ਦੇ ਖਿਲਾਫ ਅਦਾਲਤ ਪਹੁੰਚੇ ਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਜਥੇਬੰਦੀ ਨੇ ਹਿੰਦੂ ਮੁਸਲਿਮ ਭਾਈਚਾਰੇ ਵਿੱਚ ਨਫ਼ਰਤ ਪੈਦਾ ਕਰਨ ਦੇ ਦੋਸ਼ ਲਾਏ ਨੇ। ਮਨਜਿੰਦਰ ਸਿੰਘ ਸਿਰਸਾ ਨੇ ਇਸ ਤੇ ਕਿਹਾ ਕਿ ਮੈਂ ਇਹ ਮੁੱਦਾ ਨਹੀਂ ਚੁੱਕਿਆ ਸੀ, ਇਹ ਮੁੱਦਾ ਕਸ਼ਮੀਰ ਦੇ ਸਿੱਖਾਂ ਨੇ ਚੁੱਕਿਆ ਸੀ, ਮੈਂ ਉਹਨਾਂ ਦਾ ਸਾਥ ਦਿੱਤਾ ਸੀ, ਮੈਂ ਹਾਲੇ ਵੀ ਬਿਲਕੁਲ ਡਟ ਕੇ ਉਹਨਾਂ ਦੇ ਨਾਲ ਖੜਾ, ਆਪਣੀਆਂ ਧੀਆਂ ਵਾਸਤੇ ਖੜਾ ਹੋਣ ਤੇ ਜੇਕਰ ਕਿਸੇ ਨੂੰ ਮੇਰੇ ਤੋਂ ਤਕਲੀਫ ਹੈ ਤਾਂ ਹੁੰਦੀ ਰਵੇ, ਮੈਂ ਪਿੱਛੇ ਨਹੀਂ ਹਟਾਂਗਾ। ਹਰ ਸਿੱਖ ਦਾ ਫਰਜ਼ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਜਾ ਕੇ ਖੜਾ ਹੋਵੇ। ਕਹਿੰਦੇ ਨਫ਼ਰਤ ਇਹ ਲੋਕ ਫੈਲਾ ਰਹੇ ਨੇ ਜੋ ਲੋਕਾਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਨਹੀਂ ਸਮਝਦੇ। ਚੰਗੀ ਗੱਲ ਹੈ ਕਿ ਕੋਰਟ ਜਾਣ, ਅਦਾਲਤ ਤੋਂ ਜਵਾਬ ਲੈ ਕੇ ਆਉਣ, ਲੋਕਾਂ ਨੂੰ ਦੱਸਣ ਕਿ ਅਦਾਲਤ ਨੇ ਕਿਹਾ ਕੀ ਹੈ। ਕਹਿੰਦੇ ਇਸ ਤਰ੍ਹਾਂ ਦੇ ਮੁਕੱਦਮਿਆਂ ਤੋਂ ਮੈਂ ਡਰਨ ਵਾਲਾ ਨਹੀਂ ਹਾਂ। ਯੋਗ ਗੁਰੂ ਰਾਮਦੇਵ ਦੇ ਵੱਲੋਂ ਐਲੋਪੈਥੀ ਦੇ ਖਿਲਾਫ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਸੀ ਉਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਰਾਮਦੇਵ ਦੀ ਅਪੀਲ ਤੇ ਸੁਣਵਾਈ ਹੁਣ 12 ਜੁਲਾਈ ਨੂੰ ਕੀਤੀ ਜਾਏਗੀ। ਰਾਮਦੇਵ ਖੁਦ ਸੁਪਰੀਮ ਕੋਰਟ ਦੇ ਵਿੱਚ ਅਪੀਲ ਲੈ ਕੇ ਪਹੁੰਚੇ ਸੀ ਕਿ ਜੋ ਮੇਰੀਆਂ ਟਿੱਪਣੀਆਂ ਤੋਂ ਬਾਅਦ ਮੇਰੇ ਖਿਲਾਫ ਪਰਚੇ ਦਰਜ ਕਰਵਾਏ ਗਏ ਨੇ ਉਹਨਾਂ ਨੂੰ ਰੱਦ ਕਰਨ ਦਾ ਹੁਕਮ ਸੁਣਾਇਆ ਜਾਵੇ। ਚੀਫ ਜਸਟਿਸ NV ਰਾਮन्ना ਤੇ ਆਧਾਰਿਤ ਬੈਂਚ ਨੇ ਕਿਹਾ ਕਿ ਰਾਮਦੇਵ ਦੇ ਬਿਆਨਾਂ ਸੰਬੰਧੀ ਅਸਲ ਰਿਕਾਰਡ ਐਤਵਾਰ ਰਾਤ ਨੂੰ ਹੀ ਸਾਨੂੰ ਮਿਲਿਆ, ਇਸ ਕਰਕੇ ਇਸ ਰਿਕਾਰਡ ਦੀ ਪੜਤਾਲ ਦੇ ਲਈ ਸਾਨੂੰ ਸਮਾਂ ਚਾਹੀਦਾ ਹੈ ਤੇ ਹੁਣ 12 ਜੁਲਾਈ ਨੂੰ ਇਸ ਮਸਲੇ ਦੀ ਸੁਣਵਾਈ ਕੀਤੀ ਜਾਏਗੀ। ਰਾਮਦੇਵ ਨੇ ਪਟੀਸ਼ਨ ਵਿੱਚ ਸਾਰੇ ਸੰਬੰਧਿਤ ਕੇਸਾਂ ਨੂੰ ਦਿੱਲੀ ਤਬਦੀਲ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਹੈਰਾਨੀ ਹੁੰਦੀ ਹੈ ਕਿ ਲੋਕਾਂ ਖਿਲਾਫ ਹਾਲੇ ਵੀ ਰੱਦ ਕੀਤੇ ਗਏ IT ਐਕਟ ਦੀ ਧਾਰਾ 66A ਦੇ ਤਹਿਤ
केस दर्ज होंदे ने। एनजीओ की पटीशन ते केंद्र सरकार नूं सुप्रीम कोर्ट ने जिहड़ा नोटिस है वो जारी कर दिता है। सुप्रीम कोर्ट ने सूचना टैक्नोलॉजी एक्ट की धारा 66A के तहत लोगों के खिलाफ हाले भी केस दर्ज किए जाने नूं अजीब ते झटका दस्सिया। सिखरली अदालत ने 2015 दे विच अपने एक फैसले दे विच इस धारा नूं रद्द कर दिता सी, पर मुल्क दे विच हाले भी 66A के तहत लोगों के खिलाफ परचे दर्ज किए जाते हैं। सुप्रीम कोर्ट ने एनजीओ पीपल्स यूनियन फॉर सिविल लिबर्टीज दे वल्लों दायर की अर्जी ते मोदी सरकार नूं नोटिस जारी कर दिता है। दिल्ली तो खबर है जिथे कोविड नियमां की उलंघना करन तो बाद दिल्ली की केजरीवाल सरकार ने दक्षिणी दिल्ली दे विच स्थित लाजपत नगर बाजार नूं अगले हुक्मां तक बंद कर दिता, जबकि सदर बाजार विचली रूई मंडी नूं 6 जुलाई तक बंद रखण दे हुक्म कीते ने। इन्हां बाजारां नूं बंद करन दा हुक्म दिल्ली आफत प्रबंधन अथॉरिटी ने दिता है। हिमाचल प्रदेश बोर्ड ऑफ एजुकेशन ने 10वीं जमात का नतीजा ऐलान दिता है। 10वीं जमात का नतीजा जिहड़ा वो तुसी बोर्ड की अधिकारित वैबसाइट ते जाके देख सकते हो। HPBOSE जिहड़ी इन्हां दी वैबसाइट है उत्थे तुसी देख सकते हो। टोक्यो ओलंपिक्स की गल कर लईए तां भारत की महिला मुक्केबाज MC मैरीकॉम ते पुरुष हाकी टीम के कप्तान मनप्रीत सिंह 23 जुलाई तो शुरू हो रही टोक्यो ओलंपिक्स खेडां के उद्घाटनी समागम दे विच भारती खेड दल दे झंडा बरदार होणगे। भारतीय ओलंपिक्स एसोसीएशन ने इसकी पुष्टि की है। टोक्यो ओलंपिक्स खेडां 8 अगस्त नूं खत्म होणगियां। केंद्र ने दिल्ली हाई कोर्ट नूं दस्सिया है कि ट्विटर ने हाले तक भारत के IT नियमां नूं लागू नहीं किया। अदालत दे विच हलफनामा दायर करदिआं केंद्र ने कहा है कि अजिहा करके ट्विटर ने नियमां की उलंघना की है। पश्चिमी बंगाल की मुख्यमंत्री ममता बनर्जी ने प्रधानमंत्री नरेंद्र मोदी नूं चिट्ठी लिख के तेल कीमतां ते लगण वाले टैक्स नूं घट करन दी अपील की है। इस वक्त देश दे विच पेट्रोल ते डीजल दीआं कीमतां विच लगातार वाधा हो रहा है। पेट्रोल सैंकड़ा टप चुकिया कई थावां ते, जिहदे कारण आम लोकां दी जेब ते बोझ वध गया है। देश भर दे विच पेट्रोल ते डीजल दीआं वधियां कीमतां दे खिलाफ रोस मुजाहरे भी हो रहे ने। बुलेटिन दे विच कुछ खास ते वड्डियां खबरां पूरे भारत दीआं। सब तो पहली खबर उस मीटिंग दे नाल जुड़ी हुई है जिहड़ी पिछले दिनी जम्मू कश्मीर दे लीडरां दे नाल प्रधानमंत्री नरेंद्र मोदी ने कीती सी। गुपकार ऐलाननामे बारे लोकां दे गठजोड़ यानी कि PAGD ने कहा है कि वो प्रधानमंत्री नरेंद्र मोदी दे वल्लों पिछले दिनी जम्मू ते कश्मीर नाल संबंधित मुख पार्टियां दे लीडरां दे नाल दिल्ली विच सद्दी सर्व पार्टी बैठक दे नतीजिਆਂ तो निराश ने। यानी कि गुपकार गठजोड़ जिहड़ा इस बैठक दे विच शामिल भी होया सी ਉਹ ਹੁਣ मीटिंग के नतीजे तो निराश है। लीडरां ने कहा कि 24 जून ਨੂੰ ਹੋਈ मीटिंग विच सियासी ते होरनां कैदियां दी रिहाई वर्गे भरोसे बहाली दे ठोस उपरालियां दी वड्डी घाट नजर आई सी। गठजोड़ दे बुलारे ते CPIM दे लीडर MY तरीगामी ने कहा कि नैशनल कॉन्फ्रेंस लीडर ते गठजोड़ दे चेयरमैन फारूक अब्दुल्ला दी अगवाई दे विच ऐतवार ਨੂੰ बैठक होई सी, जिहदे विच 24 जून ਨੂੰ दिल्ली 'ਚ ਹੋਈ उपरोक्त बैठक बारे चर्चा की गई सी। बैठक विच शामिल सारे लीडरां ने कहा सी कि सर्व पार्टी मीटिंग दौरान भरोसा बहाली दे उपरालियां दी वड्डी घाट नजर आई है ते ਉਹ मीटिंग दे नतीजिਆਂ ਤੋਂ निराश हैगे ने। इन्हां लीडरां ने कहा कि मोदी सरकार संसद विच कीते अपने वादिਆਂ ਨੂੰ पूरे करे। एक बयान इन्हां ने जारी किया है कि जिੱਥੋਂ तक सूबे ਦਾ रुतबा बहाल करन दी गल है ਤਾਂ BJP ने संसद ਦੇ ਵਿੱਚ वादा ਕੀਤਾ ਸੀ ਤੇ ਉਹਨਾਂ ਨੂੰ ਆਪਣੀ ਕਹੀ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ। दूसरी गल मुंबई तो है जिथे कबायलियां दे हक्कां दे लई लड़न वाले स्टैन स्वामी नहीं रहे। उन्हां दी हालत गंभीर सी, जमानत देण तो भी इनकार कर दिता सी। स्टैन स्वामी नूं जमानत नहीं मिली सी ते आखिरकार कबायली लोकां दे हक्कां बारे कारकुन ते ईसाई पादरी स्टैन स्वामी दा 84 साल दी उम्र दे विच देहांत हो गया। दोपहरे 1:30 बजे दे करीब आखिरी साह लए एलगल परिषद माओवादी लिंक केस दे विच मुलजम दे वजों नामजद स्टैन स्वामी मुंबई हाई कोर्ट दे हुक्मां ते बांद्रा उपनगर दे होली फैमिली हस्पताल दे विच जेरे इलाज सन। उन्हां दी हालत नाजुक होण करके ਉਹ ਵੈਂਟੀਲੇਟਰ ਤੇ ਸਨ। स्वामी ਨੂੰ ਹਾਈ ਕੋਰਟ ਦੇ ਹੁਕਮਾਂ ਤੇ 29 ਮਈ ਤੋਂ ਤਾਲੋਜਾ ਜੇਲ੍ਹ ਤੋਂ ਨਿੱਜੀ ਹਸਪਤਾਲ ਦੇ ਵਿੱਚ ਤਬਦੀਲ ਕੀਤਾ ਗਿਆ ਸੀ। ਪਾਰਕਿੰਸਨ ਦੇ रोग तो पीड़ित सन। हस्पताल के डायरैक्टर डॉक्टर इयान डिसूजा ने हाई कोर्ट नूं स्वामी की मौत बारे दसदिआं कहा कि ऐतवार सवेरे उन्हां नूं दिल दा दौरा पिया, जिस तो बाद वो वेंटीलेटर सपोर्ट ते ही सन। स्वामी के वकील मेहर देसाई ने जेल प्रशासन ते अणगहली का दोष लाउंदिआं कहा कि स्वामी नूं समय सिर इलाज मुहैया करवाउण दे विच नाकाम रहे ने। NIA ने स्वामी नूं पिछले साल अक्तूबर दे विच गिरफ्तार कीता सी। उदों तो स्वामी जेल दे विच बंद सी। स्वामी की मैडिकल अर्जी ते अज सुनवाई भी हुई सी, पर फिर
ईसाई पादरी दी नासाज सेहत दे हवाले दे नाल सुनवाई नूं अगे पा दिता गया सी। महाराष्ट्र तो ही अगली खबर है जिथे महाराष्ट्र असैंबली दे विचों 12 बीजेपी विधायक मुअत्तल कर दिते गए ने। विधान सभा दे स्पीकर दे चैंबर दे विच प्रिजाइडिंग अधिकारी भास्कर यादव दे नाल कथित बदसलूकी दे दोषां दे विच बीजेपी दे 12 विधायकां नूं 1 साल लई असैंबली चों सस्पेंड कर दिता गया। बीजेपी विधायकां नूं मुअत्तल करन दा मता सूबाई संसद मामलिਆਂ बारे मंत्री अनिल प्रसाद ने रखिया सी, जिस नूं जुबानी वोटां दे नाल ही पास कर दिता गया सी। मुअत्तल कीते गए बीजेपी दे विधायकां दे विच संजय कुटे, आशीष शैलर, अभिमन्यु पवार, गिरीश महाजन, अतुल भट्ट खालकर, पराग अलावानी, हरीश पिंपाले, योगेश सागर, जयकुमार रावत, नारायण कुचे, राम सतपुती ते बंटी भांगड़िया शामिल ने। खबर पश्चिमी बंगाल तो भी आ रही है, जिथे साबका राष्ट्रपति मरहूम प्रणब मुखर्जी के पुत्र ते साबका कांग्रेसी संसद मैंबर अभिजीत मुखर्जी अज तृणमूल कांग्रेस दे विच शामिल हो गए ने, यानी कि ममता बनर्जी की पार्टी दे विच शामिल हो गए ने। लखनऊ तो खबर है, सीबीआई ने लखनऊ दे विच गोमती नदी के सामने लग रहे प्रोजेक्ट दे विच कथित बेनियमियां दे लई ताज़ा केस दर्ज किया है। यह प्रोजेक्ट यूपी की पिछली समाजवादी पार्टी सरकार के कार्यकाल दे विच शुरू होया सी। केंद्रीय जांच एजेंसी ने केस दर्ज होने तो बाद सूबे दे विच 43 ਵੱਖ-ਵੱਖ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਅੱਜ ਸਵੇਰੇ ਹੋਈ ਛਾਪੇਮਾਰੀ ਦਿਨ ਭਰ ਜਾਰੀ ਰਹੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਯੂਪੀ ਸਰਕਾਰ ਦੇ ਵਿੱਚ ਵੱਡੀ ਗਿਣਤੀ ਇੰਜੀਨੀਅਰ ਤੇ ਹੋਰ ਅਧਿਕਾਰੀਆਂ ਚੋਂ 180 ਦੇ ਕਰੀਬ ਨੂੰ ਐਫਆਈਆਰ ਦੇ ਵਿੱਚ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਦਰਜ ਦੂਸਰੀ ਐਫਆਈਆਰ ਹੈ। ਬਿਹਾਰ ਸਰਕਾਰ ਨੇ ਸੂਬੇ ਦੇ ਵਿੱਚ 11ਵੀਂ ਜਮਾਤ ਤੋਂ ਵੱਡੀਆਂ ਸਾਰੀਆਂ ਕਲਾਸਾਂ ਦੇ ਅਦਾਰੇ ਖੋਲਣ ਦਾ ਐਲਾਨ ਕਰ ਦਿੱਤਾ ਹੈ। ਲੌਕਡਾਊਨ ਤੋਂ ਬਾਅਦ ਇਹ ਰਾਹਤ ਭਰਿਆ ਐਲਾਨ ਹੈ, ਪਰ 50% ਵਿਦਿਆਰਥੀ ਹੀ ਜਮਾਤਾਂ ਲਾ ਸਕਣਗੇ ਤੇ ਇਹਨਾਂ ਅਦਾਰਿਆਂ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਲਈ ਟੀਕਾਕਰਨ ਦੀ ਸਹੂਲਤ ਵੀ ਹੋਏਗੀ। सूबा सरकार ने सारे सरकारी ते गैर सरकारी दफ्तरां नूं भी खोलण दा फैसला लै लिया ते नाल ही रेस्टोरेंट ते खाण पीण दीआं दुकानां ते हुण 50% बैठ के खाण दी इजाजत दे दित्ती गई है। उधर आरजेडी दे लीडर लालू प्रसाद यादव ने कहा है कि मैनू बहुत जल्दी हस्पताल चो छुट्टी मिल जाएगी तो मैं बहुत जल्दी बिहार परतूंगा। लालू यादव ने अपनी पार्टी के स्थापना दिवस के मौके अपने पार्टी के वर्करां अते लीडरां नूं संबोधन किया। दिल्ली दे विच अपनी धी दे सरकारी घरों एक लाइव वीडियो के राही संदेश जारी करदिआं यादव ने कहा कि असीं बहुत जल्दी पटना आवांगे। पटना ही नहीं, बिहार के हर जिले दे विच मैं आवांगा ते मैं अपनी जिहड़ी हैगी उत्थे हाजरी दर्ज करावांगा। मैं आवांगा, तुसी लोग धीरज रखो, धीरज टुटण ना दिओ। मुसलमानां ते मॉब लिंचिंग ते आरएसएस के मुखी मोहन भागवत के बयानां ते असाउद्दीन ओवैसी तो बाद हुण कांग्रेस लीडर दिग्विजय सिंह ने भी हमला बोलिया है। ओवैसी ने की कहा वो भी तुहानूं दसदे आ। पहलां दिग्विजय ने जिहड़े कई ट्वीट अज कीते ने वो दस दिंदे आ। दिग्विजय ने भागवत नूं सीधे प्रधानमंत्री नरेंद्र मोदी और उत्तर प्रदेश के मुख्यमंत्री योगी आदित्यनाथ के खिलाफ कार्रवाई करने की चुनौती दी है। दिग्विजय ने लिखा है कि जे तुसी अपने वल्लों दिते विचारां दे नाल सहमत हो, ईमानदार हो, तो बीजेपी के सारे वो लीडर जिन्हां ने निर्दोष मुसलमानां नूं परेशान किया उन्हां नूं उन्हां दे अहुदिआं तो तुरंत हटाउण दा हुक्म दिओ। शुरुआत नरेंद्र मोदी ते आदित्यनाथ योगी तो करो। मध्य प्रदेश के साबका मुख्यमंत्री दिग्विजय सिंह ने अगे लिखा कि मैनू पता है तुसीं अजिहा नहीं करोगे क्योंकि तुहाडी कहनी ते करनी दे विच बहुत फर्क है। दिग्विजय सिंह ने सवाल भी किया कि मोहन भागवत जी ये विचार की तुसी अपने जिहड़े चेले हैगे ने, अपने प्रचारक ने, जां फिर विश्व हिंदू परिषद बजरंग दल के वर्करां नूं भी दिओगे कि ये सिक्ख्या तुसी मोदी, शाह जां बीजेपी के मुख्यमंत्री नूं भी दिओगे? ये सवाल कीते ने। ते हुण जिहड़े असाउद्दीन ओवैसी उन्होंने की टिप्पणी की है मोहन भागवत के बयान से, कहा कि आरएसएस के भागवत ने कहा कि लिंचिंग करने वाले हिंदुत्व विरोधी ने। इन्हां अपराधियों नूं गऊ ते मੱਝ दे विच फर्क नहीं पता हुंदा, पर कतल करने दे लई जुनैद, अखलाक, पहलू रकबर, अलीमुद्दीन दे नाम ही काफ़ी ने। यह नफरत हिंदुत्व की देन है। इन्हां मुजरमां नूं हिंदुत्ववादी सरकार की पुष्ट पनाही हासिल है। ओवैसी ने ट्वीट किया है कि कायरता, हिंसा ते कतल करना गोंडसे की हिंदुत्व वाली सोच का अटुट हिस्सा है। मुसलमानों की लिंचिंग भी इसे सोच का नतीजा है। हुण तुहानूं दस दिंदे हां कि मोहन भागवत ने आखिरकार कहा की सी। कल ये बयान दिता सी भागवत ने, कहते सारे भारतीयों का डीएनए एक है, चाहे वह किसी भी धर्म के होण। आरएसएस मुखी ने पहली बार अजिहा कहा, कहते भारत दे विच मुसलमानों नूं डरन की लोड़ नहीं है ते ना ही भारत विच इस्लाम धर्म खतरे विच है। मोहन भागवत मुस्लिम राष्ट्रीय मंच के एक प्रोग्राम हिंदुस्तान फर्स्ट के प्रोग्राम नूं संबोधन कर रहे सी।
ਕਹਿੰਦੇ ਕਿ ਲੋਕਾਂ ਦੇ ਵਿੱਚ ਫਰਕ ਸਿਰਫ ਉਹਨਾਂ ਦੇ ਪੂਜਾ ਕਰਨ ਦੇ ਤਰੀਕਿਆਂ ਤੋਂ ਨਹੀਂ ਕੀਤਾ ਜਾ ਸਕਦਾ। ਮੌਬ ਲਿੰਚਿੰਗ ਤੇ ਵੀ ਬੋਲੇ, ਕਹਿੰਦੇ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕਰਨ ਦੇ ਵਿੱਚ ਸ਼ਾਮਿਲ ਹੋਣ ਵਾਲੇ ਲੋਕ ਹਿੰਦੂਤਵ ਦੇ ਖਿਲਾਫ ਨੇ। ਮੋਹਨ ਭਗਵਤ ਨੇ ਕਿਹਾ ਕਿ ਦੇਸ਼ ਵਿੱਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। ਉਸ ਤੋਂ ਬਾਅਦ ਦਿਗਵਿਜੇ ਸਿੰਘ ਅਤੇ ਅਸਾਉਦੀਨ ਓਵੈਸੀ ਨੇ ਇਹ ਬਿਆਨ ਦਾਗੇ ਨੇ। शिव सेना के सांसद मैंबर संजय राउत ने पिछले दिनी तलाक लैण वाले अदाकार आमिर खान ते किरण राव का हवाला दे के अपनी पार्टी यानी कि शिव सेना ते बीजेपी के रिश्ते की गल कही है कि साडे दोवां पार्टियां दे सियासी राह भावें वक्खो वक्खरे ने पर साबका गठजोड़ भाईवालां दरमियान दोस्ती कायम रहेगी। कहंदे आमिर खान ते किरण राव वाल देखो, उन्हां दे राह भावें वक्ख-वक्ख हो गए ने पर वो हले भी दोस्त ने। इत्थे भी कुछ अजिहा ही है, साडे राह वक्खो-वक्ख ने पर दोस्ती हाले भी कायम है। सियासत विच दोस्ती हो सकती है पर इसका मतलब ये नहीं कि ਅਸੀਂ महाराष्ट्र ਦੇ ਵਿੱਚ ਮਿਲ ਕੇ ਸਰਕਾਰ ਬਣਾਵਾਂਗੇ। ਵਖਰੇਵੇਂ ਹੈਗੇ ਨੇ, ਰਹਿਣਗੇ, ਪਰ ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਕਹਿ ਰਿਹਾ, ਅਸੀਂ ਭਾਰਤ ਪਾਕਿਸਤਾਨ ਨਹੀਂ ਹਾਂ। ਕੁਝ ਬੈਠਕਾਂ ਤੇ ਗੱਲਾਂ ਬਾਤਾਂ ਹੁੰਦੀਆਂ ਸੀ ਪਰ ਹੁਣ ਸਾਡੇ ਰਾਹ ਅੱਡੋ ਅੱਡ ਰਹੇ ਨੇ। ਸਿਆਸਤ ਵਿੱਚ ਸਾਡੇ ਰਾਹ ਵੱਖ-ਵੱਖ ਹੋ ਚੁੱਕੇ ਨੇ। बुलेटिन दे विच कुछ खास ते वड्डियां खबरां पूरी दुनिया तो। दुनिया भर दीयां खबरां दे विच अज असीं एक ही खबर तुहानूं दस्सांगे, विस्तार दे विच दस्सांगे। कैनेडा तो ये खबर है, पिछले दिनां दे विच तुसीं बहुत ही मनहूस खबरां सुणीआं होणगीआं जदों कैनेडा दे जिहड़े स्कूल हैगे ने उन्हां दे विचों बच्चिआं दीआं कबरां, बच्चों के पिंजर वड्डी गिणती दे विच मिले हैगे ने। यह लेख है जिहड़ा द कन्वरसेशन नाम की वैबसाइट दे विच छापिया गया है। क्रिएटिव कॉमन्स लाइसेंस के तहत ये जिहड़ी समग्री है असीं तुहानूं सुणा रहे हां। कैनेडा दे विच बस्तीवादी सियासत के इतिहासकार इयान मेजडे ने दस्सिया कि किवें कैनेडा के मूल निवासी बच्चों नूं विग्यानिक अध्ययन के लिए प्रयोगशाला के चूहियां वांग भी वरतिया गया सी। कैनेडा के एक तो बाद एक रिहायशी स्कूलों दीआं समूहिक कबरां अते पिंजरां, बच्चों के पिंजरां ने उस कहर ते रोशनी पाई है जो मूल निवासियों के बच्चों के नाल वापरिया सी। यह कहर बस्तीवादियों ने उत्थों के रिहायशी स्कूल सिस्टम के जरिए मूल निवासी बच्चों ते ढाहिया सी। कैनेडा के कैमलूप्स, ब्रैंडन अते कायोसेसिस के रिहायशी स्कूलों के विच बच्चों के पिंजर मिले ने ते वड्डी गिणती दे विच मिले ने, जिस तो बाद पूरे कैनेडा दे विच शोक ते सदमे की लहर है। मेजडे ने कहा कि कैनेडा दे विच बस्तीवादी अते पोषण माहिर होने के नाते मैं अपने सहकर्मियों नूं अपील करदा कि वह उस नुकसान नूं तस्लीम करन जो कैनेडा के मूल निवासी बच्चों ते कीते गए कुपोषण संबंधी कीतियां खोजां दे विच ढाहिया गया सी। मेजडे ने दस्सिया है वड्डे खुलासे ने कि 1942 तो 1952 दे विच कैनेडा दे उगे पोषण विग्यानियां ने 1300 मूल निवासियां जिन्हां दे विचों 1000 बच्चे सी उन्हां ते बहुत ही अनैतिक तजर्बे कीते सी, चूहियां दे वांग तजर्बे कीते सी। तजर्बियां दे विच शामिल लोकां ते बच्चियां विचों कई बस्तीवादी सरकार दीयां नीतियां अते रिहायशी स्कूलां दी दशा कारण पहलां ही कुपोषण दे शिकार सी। रिसर्च करन वालियां दी नज़रां दे विच इह कुपोषण दे शिकार लोक खोज दे लई सब तो वध योग उम्मीदवार सन। फ्रैडरिक टिसडल, जिन्हां नूं बीमार बच्चियां दे लई पैबलम खुराक दे सहजनक वजों जाणिया जांदा है, इन्हां तजर्बियां दे मुख करते धरते सी। उन्होंने ये तजर्बे पैरसी मूरे अते लियोनैल ब्रैडली दे नाल मिल के कीते सी। उन्होंने दावा सी कि जे तंदरुस्त मूल निवासियों दे विच थोड़ियां जिहियां बीमारियां फैलणगियां तां मूल निवासी बस्तीवादियां दे लई होर भी मुल्लवान हो जाणगे, यानी कि कीमती हो जाणगे खोजां करन दे लई। उन्होंने अपने तजर्बे की योजना फैडरल सरकार दे कोल पेश कीती ते सरकार तो परवानगी भी मिल गई कि हाँ ये खोजां करो, कुपोषण दे शिकार मूल निवासियों दे बच्चों ते करो। इस तो वड्डा कहर की हो सकता है, पर इस तो भी वड्डा कहर वापरिया है बच्चों दीयां मौतां दा कहर। बच्चों नूं स्कूलों दे विच ही मार के दब दिता गया सी। टिसडल मूरे ते उन्हां दी टीम जिहड़े विग्यानी सीगे, उन्हां दी टीम ने अपनी तजवीज़ योजना जिहड़ी अपनी प्लैनिंग सी उत्तरी मैनीटोबा दे विच 400 बच्चों ते बालगां ते कीतियां खोजां दे नतीजिਆਂ एक्सरे अते खून दे नमूनिਆਂ ਦੇ आधार ते कीती सी। उन्हां दी योजना दे विच अल्बेरनी मूल निवासी दे रिहायशी स्कूल दे बच्चों नूं 2 साल तक इन्ना घट दुध देना सी कि बच्चों दे विच वाधे विकास लई जरूरी सारे पोषक खत्म हो जाण। वो मर तां ना सकण पर उन्हां दे अंदर वाधे दे जिहड़े पोषक हुंदे ने वो सारे खत्म हो जाण ते कुपोषण दे चंगी तरह शिकार हो जाण। दूसरियां खोजां दे विच बच्चों नूं वख-वख वर्गां दे विच वंड के जरूरी खनिजां ते विटामिनां तो विरवा रखिया गया। उन्हां दी खुराक दे विच खनिज ते विटामिन बिल्कुल बंद कर दित्ते गए। उन्हां दे बच्चों नूं दंदां दी संभाल लई सरकार वल्लों दित्ती जाण वाली डॉक्टरी मदद
भी बंद करवा दित्ती गई सी। उन्हां नूं डर सी कि इस नाल अध्ययन के नतीजों ते असर पै सकदा है। इस तरह एक्सपैरीमेंट शुरू होने तो पहला ही बच्चे भुखमरी के शिकार सन। उन्हां दे विच विटामिनां खनिजां की गंभीर कमी सी, जिसकी पुष्टि मैडिकल टेस्टां ने की। मेजडे ने दस्सिया कि पोषण संबंधी खोज दे विच विग्यानियां दी दिलचस्पी 1940 के दहाके विच खासी वधी सी। कैनेडा दे विच इह ओह समां सी जदों पोषण बारे कैनेडा दी काउंसिल ने जनतक तौर ते इह मन्निया सी कि कैनेडा दी 60% वसों कुपोषण दा शिकार सी। हालांकि पैट वर्गे लोकां ने मूल निवासियां दे मददगार बन के काम करन दा पखंड भी कीता सी, पर स्पष्ट दिसदा सी कि उन्हां दे तजर्बिਆਂ दे पिछे नस्ली मनसूबे सी। मूरे, टिसडल अते उन्हां दे सहयोगी विग्यानियां ने कुपोषण दे लई मूल निवासियां बारे प्रचलित रूढ़ीवादी धारनावां नूं वजह बना के पेश कीता सी कि इह लोक बेपरवाह ने, जिले ने इन्हां दे सुभाਅ दा पता नहीं लगदा। इह जिहा कुछ उन्हां ने कहा सी। अल्बेरनी दे मूल निवासी रिहायशी स्कूल दे निर्देशक ने बच्चों के कुपोषण के लिए रवायती खुराक ते जीवन शैली नूं जिम्मेदार दस्सिया सी। उन्हां बच्चों नूं बहुत ही घटिया किस्म दा खाना खाण नूं दित्ता जांदा सी। इस तों इलावा बच्चों ते रवायती खाना खाण दी पाबंदी भी लाई गई सी, जो कि बस्तीकरण ते सभ्याचारक नस्लकुशी दा हथियार बनिया सी। उन्हां दीआं खोजां मौजूदा मियारां दे मुताबिक अनैतिक सन, बिल्कुल गलत सन। इस घल्लूकारा लिखिया गया इस वैबसाइट दे विच कि बच्चों दा जिहड़ा इह नस्लकुशी कीती गई सी, इस नूं घल्लूकारा ही मन्निया जावे। घल्लूकारे ते बायोमैडिकल तजर्बिਆਂ तो बाद ही 1947 दे विच दा नूरमबर्ग कोड लागू किया गया। इस कोड के तहत अजिहे अध्ययनां दे विच शामिल होने वालियां दी लिखती सहमति लाजमी बनाई गई सी। यानी कि उस तो पहला यह हुंदा सी 1947 तो पहला कि विग्यानियां ने या सरकार ने जिहड़े लोकां ते एक्सपैरीमेंट करना है उन्हां दी सहमति लैनी जरूरी नहीं हुंदी सी। पर जदों द नूरमबर्ग कोड बन गया तो उहदे मुताबिक जिहड़ा एक्सपैरीमेंट हुंदा सी, कोई भी अध्ययन हुंदा सी, उहदे विच खोज होण वालियां दी खोज दे विच शामिल होण वालियां दी जिहड़ी लिखती सहमति लाजमी बना दित्ती गई सी। हुण उस कुपोषण ते तजर्बिਆਂ दे सिੱਟੇ की निकले, जिहड़ा बच्चों के उत्ते इन्ना जुल्म किया गया, मूल निवासियों नूं खत्म कर दिता गया। जिहड़े कैनेडा दे कदे राजे हुंदे सी, उन्हां नूं किस तरीके दे नाल बस्तीवादियां ने खत्म किया, ओह इस बच्चों के जिहड़े कहर भरे जिहड़ी कहानी हुण निकल के सामने आई है, उस तो समझिया जा सकदा है। बच्चों दे विच कुपोषण जे उन्हां नूं बीमारियां दा भी खतरा होवे तां बहुत ही खतरनाक हो सकदा है। रिहायशी स्कूलों के हालत इस तो कुछ वक्खरे नहीं सन। जिहड़े इन्हां रिहायशी स्कूलों के तजर्बिਆਂ तो बच गए, उन्हां दे विच इस दे असर हाले भी नजर आउंदे ने। बचपन दौरान भुखे रहण दे नाल टाइप 2 किस्म की डायबिटीज होने का खतरा वध जांदा है। खोज ये भी दसदी है कि गंभीर कुपोषण बच्चों के विच एपीजेनेटिक बदलाव भी देखा जा सकता है, जो कि पीढ़ी दर पीढ़ी अगे चलता है। यानी कि एक बीमारी हुंदी है जिहड़ी पीढ़ियां तक चलती है। बच्चे जिहड़े पहला ही कुपोषण के शिकार सी, उन्हां ते अजिहे तजर्बे करने बहुत ही गलत सी, अनैतिक सी। सो ये जिहड़ियां गल्लां हुण निकल के सामने आ रही ने दहाकिਆਂ तो बाद, कि इन्हां दा कोई असर होवेगा, कि यह सारा वरतारा वरताउण वाले, ये सारे गुनाह करन वाले, कतल करन वाले लोकां नूं सज़ा देवेगी कैनेडा दी सरकार? क्योंकि जिहड़ी मौजूदा कैनेडा दी सरकार है, जस्टिन ट्रूडो दी सरकार है, उन्होंने माफ़ी भी मंगी है। इस कहर दे लई माफ़ी मंगी है कि जो कुछ भी पिछले सालों दे विच रिहायशी स्कूलों दे विच होया, रेजिडेंशियल स्कूलों दे विच होया। रिहायशी स्कूलों का मतलब हुंदा है कि उत्थे बच्चे होस्टलों दे विच ही रहिंदे ने, बच्चों नूं उत्थे ही पढ़ाया जांदा है, उत्थे ही खवाया जांदा है, उत्थे ही सवाया जांदा है, नवाया धमाया जांदा, सब कुछ उत्थे ही हुंदा है। बच्चे बिल्कुल प्रबंधकों के उत्ते निर्भर हुंदे ने ते बच्चों नूं प्रबंधक जो मर्जी करते रहण वो कर की सकते हैं, चाहे उन्हां नूं खाना दिओ ना दिओ, कुट्टो मारो मार दिओ, ते ये कुछ किया गया है। सो इन्हां सारे दोषियों नूं सज़ा मिलेगी, इसकी उड़ीक हर किसी इंसान नूं रहेगी। एमरजेंसी बुलेटिन देखने वाले सारे दर्शकों का धन्यवाद।